सो स्टूडेंट्स ਜਿਹੜਾ फोर्थ पार्ट है और फोर्थ चैप्टर इन नैशनल पॉलिसी ऑफ एजुकेशन इज़ एजुकेशन फॉर इक्वैलिटी। एजुकेशन फॉर इक्वैलिटी ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲੇ ਇਹਦੇ 'ਚ ਆਉਂਦਾ ਹੈ ਐਜੂਕੇਸ਼ਨ ਫॉर ਵਿਮਨਸ ਇਕੁਐਲਿਟੀ। ਕਈ ਵਾਰ ਕੀ ਹੈ ਕਿ ਵਿਮਨ ਨੂੰ ਜਿਹੜਾ ਹੈ ਅਸੀਂ ਇੱਕ ਤਰ੍ਹਾਂ ਨਾਲ ਕਈ ਵਾਰ ਓਪਰਚੁਨਿਟੀਜ਼ ਨਹੀਂ ਮਿਲਦੀਆਂ, ਉਹਨਾਂ ਪਾਸ ਇੰਨੀਆਂ ਫੈਸਿਲਿਟੀਜ਼ ਜਾਂ ਉਹ ਚੀਜ਼ਾਂ ਨਹੀਂ ਹੁੰਦੀਆਂ ਜਿਹਦੇ ਕਰਕੇ ਕੀ ਹੈ ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਕੀ ਹੈ ਪ੍ਰੋਬਲਮ ਆਉਂਦੀ ਹੈ। ਮੀਨਸ ਆਫਟਰ ਮੈਰਿਜ ਔਰ ਚਾਹੇ ਉਹ ਹਾਊਸ ਵਾਈਫਸ ਨੇ ਉਹਨਾਂ ਦੀ ਜਿਹੜੀ ਹੈ ਐਜੂਕੇਸ਼ਨ ਵਾਸਤੇ ਡਿਫਰੈਂਟ ਓਪਰਚੁਨਿਟੀਜ਼ ਡਿਵੈਲਪ ਕਰਨੀਆਂ। ਸੈਕਿੰਡ ਇਜ਼ ਐਜੂਕੇਸ਼ਨ ਆਫ ਸ਼ਡਿਊਲਡ ਕਾਸਟ ਐਂਡ ਐਜੂਕੇਸ਼ਨ ਆਫ ਸ਼ਡਿਊਲਡ ਟਰਾਈਬ। ਥਰਡ ਪੁਆਇੰਟ ਇਹਨਾਂ ਦੋਵਾਂ ਵਾਸਤੇ ਕਿ ਜਿੱਦਾਂ ਤੁਸੀਂ ਦੇਖੋਗੇ ਕਿ ਇਨਸੈਂਟਿਵਸ, ਡਿਫਰੈਂਟ ਸਕੋਲਰਸ਼ਿਪਸ ਔਰ ਫ੍ਰੀ ਐਜੂਕੇਸ਼ਨ ਜਿਹੜੀ ਹੈ ਉਹ ਇੰਪਲੀਮੈਂਟੇਸ਼ਨ ਹੋਈ ਹੈ, ਇਹਨਾਂ ਦੇ ਰਿਜ਼ਰਵੇਸ਼ਨ ਜਿਹੜੀ ਹੈ ਉਹ ਇੰਪਲੀਮੈਂਟ ਹੁੰਦੀ ਹੈ। ਨੈਕਸਟ ਇਜ਼ ਅਦਰ ਐਜੂਕੇਸ਼ਨਲੀ ਬੈਕਵਰਡ ਸੈਕਸ਼ਨਸ ਐਂਡ ਏਰੀਆ, ਜਿੱਦਾਂ ਰਿਮੋਟ ਏਰੀਆਜ਼ ਅਸੀਂ ਗੱਲ ਕਰਦੇ ਹਾਂ ਕਿ ਜਿੱਥੇ ਪ੍ਰੋਪਰ ਫੈਸਿਲਿਟੀਜ਼ ਨਹੀਂ ਪ੍ਰੋਵਾਈਡ ਹੋ ਸਕਦੀਆਂ ਉਹਨਾਂ ਦੀ ਅਪਲਿਫਟਮੈਂਟ ਕਰਨੀ, ਉਹਨਾਂ ਵਾਸਤੇ ਡਿਫਰੈਂਟ ਜਿਹੜੀਆਂ ਸਟ੍ਰੈਟਜੀਜ਼ ਨੇ ਉਹ ਡਿਵੈਲਪ ਕਰਨੀਆਂ। ਦੈਨ ਮਾਈਨੋਰਿਟੀਜ਼, ਚਾਹੇ ਹਿੰਦੂ, ਸਿੱਖ ਜਾਂ ਜਿੰਨੀਆਂ ਵੀ ਅਸੀਂ ਮਾਈਨੋਰਿਟੀ ਕਲਾਸਿਸ ਦੀ ਗੱਲ ਕਰਦੇ ਹਾਂ ਉਹਨਾਂ ਦੀ ਅਪਲਿਫਟਮੈਂਟ ਵਾਸਤੇ। ਹੈਂਡੀਕੈਪਡ ਮੀਨਸ ਸਪੈਸ਼ਲ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਕਿ ਉਹਨਾਂ ਵਾਸਤੇ ਡਿਫਰੈਂਟ ਫੈਸਿਲਿਟੀਜ਼, ਚਾਹੇ ਉਹ ਨੋਰਮਲ ਜਿਹੜੇ ਸਾਡੇ ਇੰਸਟੀਟਿਊਸ਼ਨ ਨੇ ਉਹਨਾਂ ਦੇ ਵਿੱਚ ਹੀ ਡਿਫਰੈਂਟ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ। ਅਡਲਟ ਐਂਡ ਕੰਟੀਨਿਊਇੰਗ ਐਜੂਕੇਸ਼ਨ ਕਿ ਦੇਰ ਇਜ਼ ਨੋ ਏਜ ਆਫ ਲਰਨਿੰਗ, ਕਿ ਕਦੋਂ ਵੀ ਅਸੀਂ ਆਪਣੀ ਜਿਹੜੀ ਲਰਨਿੰਗ ਹੈ ਉਹ ਸਟਾਰਟ ਕਰ ਸਕਦੇ ਹਾਂ। ਸੋ ਅਡਲਟ ਐਜੂਕੇਸ਼ਨ ਵਾਸਤੇ ਜਿਹੜੀਆਂ ਡਿਫਰੈਂਟ ਪ੍ਰੋਵੀਜ਼ਨਸ ਨੇ ਉਹ ਪ੍ਰੋਵਾਈਡ ਕਰਾਉਣੀਆਂ। Then next is reorganization of education at different levels। ਜਿੱਦਾਂ ਮੈਂ ਪਹਿਲੇ ਦੱਸਿਆ ਸੀ ਕਿ ਇਹਦੇ 'ਚ ਡਿਫਰੈਂਟ ਲੈਵਲਸ ਦੀ ਗੱਲ ਕੀਤੀ ਗਈ ਹੈ। ਉਹਦੇ 'ਚ ਸਭ ਤੋਂ ਪਹਿਲਾ ਜਿਹੜਾ ਲੈਵਲ ਹੈ ਦੈਟ ਇਜ਼ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ, ਜਿਹਨੂੰ ਅਸੀਂ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਬੋਲਦੇ ਹਾਂ। ਸੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਅਸੀਂ ਕੀ ਹੈ ECCE ਜਿਹਨੂੰ ਬੋਲ ਰਹੇ ਹਾਂ, ਚਾਈਲਡ ਕੇਅਰ ਐਂਡ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਹੈ। ਜਿੱਦਾਂ ਅਸੀਂ ਜਿਹੜੇ ਅਸੀਂ ਬਣਾਉਂਦੇ ਹਾਂ, ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਆਂਗਨਵਾੜੀਜ਼ ਪੰਜਾਬੀ ਦੇ ਵਿੱਚ ਬੋਲਦੇ ਹਾਂ, ਇੱਦਾਂ ਦੀਆਂ ਜਿਹੜੀਆਂ ਫੈਸਿਲਿਟੀਜ਼ ਨੇ ਉਹ ਪ੍ਰੋਵਾਈਡ ਕਰਾਉਣੀਆਂ ਸਟੂਡੈਂਟਸ ਨੂੰ। ਡਿਫਰੈਂਟ ਪ੍ਰੋਗਰਾਮਸ ਨੇ ਜਿਹੜੇ ਉਹ ਇਹਦੇ ਵਿੱਚ ਇੰਪਲੀਮੈਂਟ ਕਰਨੇ। ਦੈਨ ਇਹਦੇ 'ਚ ਨੈਕਸਟ ਇਜ਼ ਪ੍ਰਾਇਮਰੀ ਐਜੂਕੇਸ਼ਨ। ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਕੀ ਸੀ ਕਿ ਚਾਈਲਡ ਸੈਂਟਰਡ ਅਪਰੋਚ ਜਿਹੜੀ ਹੈ ਅਸੀਂ ਉਹ ਕਰਨੀ ਹੈ, ਕਿਉਂਕਿ ਐਜੂਕੇਸ਼ਨ ਚਾਈਲਡ ਦੇ ਵਾਸਤੇ ਹੋਏ। ਸੋ ਇਹਦੇ 'ਚ ਡਿਫਰੈਂਟ ਫੈਸਿਲਿਟੀਜ਼ ਪ੍ਰੋਵਾਈਡ ਕਰਾਉਣੀਆਂ, ਜਿਹਦੇ 'ਚ ਆਪਰੇਸ਼ਨ ਬਲੈਕ ਬੋਰਡ ਵਾਜ਼ ਵਨ ਆਫ ਦੈਮ, ਕਿ ਐਟਲੀਸਟ ਹਰ ਇੱਕ ਸਕੂਲ ਦੇ ਵਿੱਚ ਡਿਫਰੈਂਟ ਮੈਪਸ, ਚਾਰਟਸ, ਜਿਹੜਾ ਬਲੈਕ ਬੋਰਡ ਹੈ ਹੋਏ, ਟੁਆਇਜ਼ ਹੋਣ ਸਟੂਡੈਂਟਸ ਵਾਸਤੇ। ਦੈਨ ਨੋਨ ਫਾਰਮਲ ਐਜੂਕੇਸ਼ਨ ਦਾ ਜਿਹੜਾ ਹੈ ਪ੍ਰੋਸੈਸ ਉਹ ਵੀ ਸਟਾਰਟ ਕੀਤਾ ਕਿ ਰਿਮੋਟ ਏਰੀਆਜ਼ ਦੇ ਵਿੱਚ ਜਾਂ ਜਿੱਥੇ ਪ੍ਰੋਪਰ ਫੈਸਿਲਿਟੀਜ਼ ਨਹੀਂ ਦੇ ਸਕਦੇ ਉੱਥੇ ਨੋਨ ਫਾਰਮਲ ਜਿਹੜੀ ਐਜੂਕੇਸ਼ਨ ਹੈ ਉਹ ਵੀ ਇੰਪਲੀਮੈਂਟ ਕੀਤੀ ਜਾਏ। ਦੈਨ ਇਹਦੇ 'ਚ ਨੈਕਸਟ ਜਿਹੜੀ ਹੈ ਦੈਟ ਵਾਜ਼ ਸੈਕੰਡਰੀ ਐਜੂਕੇਸ਼ਨ। ਸੈਕੰਡਰੀ ਐਜੂਕੇਸ਼ਨ ਦੇ ਵਿੱਚ ਇੱਕ ਸਿੰਪਲ ਜਿਹੜਾ ਇੰਪਲੀਮੈਂਟ ਹੋਇਆ ਦੈਟ ਇਜ਼ ਪੇਸ ਸੈਟਿੰਗ ਸਕੂਲਸ। ਜਿੱਦਾਂ ਤੁਹਾਡੇ ਨਵੋਦਿਆ ਵਿਦਿਆਲਿਆਜ਼ ਨੇ ਕਿ ਜਿੱਥੇ ਸਟੂਡੈਂਟਸ ਨੂੰ ਜਿਹੜੇ ਬ੍ਰਿਲੀਅੰਟ ਸਟੂਡੈਂਟਸ ਨੇ, ਬ੍ਰਾਈਟ ਸਟੂਡੈਂਟਸ ਨੇ ਬਿਲੋਂਗਿੰਗ ਟੂ ਰਿਜ਼ਰਵਡ ਕੈਟਾਗਰੀਜ਼, ਚਾਹੇ SCs STs, ਉਹਨਾਂ ਵਾਸਤੇ ਸਪੈਸ਼ਲ ਪ੍ਰੋਵੀਜ਼ਨਸ ਨੇ। ਫ੍ਰੀ ਐਜੂਕੇਸ਼ਨ ਹੈ, ਫ੍ਰੀ ਉਹਨਾਂ ਦਾ ਜੋ ਵੀ ਰਹਿਣ ਦਾ ਹੈ, ਖਾਣਾ, ਉਹ ਸਾਰੀਆਂ ਚੀਜ਼ਾਂ ਕੀ ਨੇ ਉਹਨਾਂ ਨੂੰ ਫ੍ਰੀ ਅਸੀਂ ਇੰਪਲੀਮੈਂਟ ਕਰੀਏ। ਨੈਕਸਟ ਇਹਦੇ 'ਚ ਹੈ ਵੋਕੇਸ਼ਨਲਾਈਜੇਸ਼ਨ ਆਫ ਐਜੂਕੇਸ਼ਨ। ਵੋਕੇਸ਼ਨਲਾਈਜੇਸ਼ਨ ਦੇ ਵਿੱਚ ਕੀ ਹੈ ਹੈਲਥ ਪਲੈਨਿੰਗ, ਹੈਲਥ ਸਰਵਿਸਿਜ਼ ਨੂੰ ਪ੍ਰਮੋਟ ਕਰਨਾ, ਓਪਰਚੁਨਿਟੀਜ਼ ਆਫ ਪ੍ਰੋਫੈਸ਼ਨਲ ਗਰੋਥ ਥਰੂ ਬ੍ਰਿਜ ਕੋਰਸਿਸ, ਚਾਹੇ ਇਨ ਸਰਵਿਸ ਟੀਚਰਸ ਨੇ ਜਾਂ ਜਿਹੜੇ ਪ੍ਰੀ ਸਰਵਿਸ ਟੀਚਰਸ ਨੇ ਉਹਨਾਂ ਵਾਸਤੇ, ਉਹਨਾਂ ਨੂੰ ਪ੍ਰੋਫੈਸ਼ਨਲੀ ਗਰੋ ਕਰਨ ਵਾਸਤੇ ਡਿਫਰੈਂਟ ਪ੍ਰੋਵੀਜ਼ਨਸ ਦੇਣੀਆਂ। ਦੈਨ ਮੈਨੇਜਮੈਂਟ ਕਰਨੀ ਵੋਕੇਸ਼ਨਲ ਐਜੂਕੇਸ਼ਨ ਦੀ, ਪ੍ਰੋਗਰਾਮ ਫॉर ਨਿਊ ਲਿਟਰੇਟਸ, ਨੋਨ ਫਾਰਮਲ ਔਰ ਫਲੈਕਸੀਬਲ ਐਂਡ ਨੀਡ ਬੇਸਡ ਵੋਕੇਸ਼ਨਲ ਪ੍ਰੋਗਰਾਮਸ ਨੇ ਜਿਹੜੇ ਅਸੀਂ ਉਹ ਇੰਪਲੀਮੈਂਟ ਕਰਨੇ ਹੈ। ਲਾਸਟ ਇਹਦੇ 'ਚ ਹੈ ਹਾਇਰ ਐਜੂਕੇਸ਼ਨ। ਹਾਇਰ ਐਜੂਕੇਸ਼ਨ ਦੇ ਵਿੱਚ ਕੀ ਹੈ ਕਿ ਕਾਲਜ ਐਜੂਕੇਸ਼ਨ ਨੂੰ ਅਸੀਂ ਰੀਡਿਜ਼ਾਈਨ ਕਰਨਾ ਆ, ਪ੍ਰੋਪਰ ਰੈਗੂਲੇਟਡ ਐਡਮਿਸ਼ਨਸ ਹੋਣ ਹਾਇਰ ਐਜੂਕੇਸ਼ਨ ਦੇ ਵਿੱਚ, ਟਰਾਂਸਫੋਰਮੇਸ਼ਨ ਹੋਏ ਟੀਚਿੰਗ ਮੈਥਡਸ ਦੀ, ਅਸੀਂ ਓਲਡ ਮੈਥਡਸ ਨਾ ਯੂਜ਼ ਕਰਕੇ ਇਨੋਵੇਟਿਵ ਨਵੇਂ ਮੈਥਡਸ ਜਿਹੜੇ ਨੇ ਉਹ ਯੂਜ਼ ਕਰੀਏ। ਓਪਨ ਯੂਨੀਵਰਸਿਟੀ ਐਂਡ ਡਿਸਟੈਂਸ ਲਰਨਿੰਗ ਹੋਏ। ਡੀਲਿੰਕਿੰਗ ਡਿਗਰੀਜ਼ ਫਰੋਮ ਜੋਬਸ, ਅਸੀਂ ਜਿਹੜੀਆਂ ਡਿਗਰੀਜ਼ ਲੈ ਰਹੇ ਹਾਂ ਉਹਨਾਂ ਨੂੰ ਜਸਟ ਜੋਬਸ ਨੂੰ ਧਿਆਨ ਦੇ ਵਿੱਚ ਰੱਖ ਕੇ ਨਹੀਂ, ਅਸੀਂ ਆਪਣੀ ਖੁਦ ਦੀ ਪਰਸਨਲ ਡਿਵੈਲਪਮੈਂਟ ਵਾਸਤੇ ਜਿਹੜੀਆਂ ਨੇ ਉਹ ਜਿਹੜੀ ਹੈ ਐਜੂਕੇਸ਼ਨ ਉਹ ਗੇਨ ਕਰਨੀ ਹੈ। ਦੈਨ ਨੈਕਸਟ ਇਜ਼ ਟੈਕਨੀਕਲ ਐਂਡ ਮੈਨੇਜਮੈਂਟ ਐਜੂਕੇਸ਼ਨ। ਇਹਦੇ 'ਚ ਅਸੀਂ ਡਿਸਟੈਂਸ ਐਜੂਕੇਸ਼ਨ ਦੀ ਗੱਲ ਕੀਤੀ ਗਈ ਹੈ ਨੈਸ਼ਨਲ ਪਾਲਿਸੀ ਦੇ ਵਿੱਚ। ਕੰਪਿਊਟਰ ਲਿਟਰੇਸੀ, ਬਿਕੋਜ਼ ਹੁਣ ਜਿਹੜਾ ਟਾਈਮ ਚੱਲ ਰਿਹਾ ਦੈਟ ਇਜ਼ ਆਫ
ਕੰਪਿਊਟਰ ਔਰ ਡਿਜੀਟਲ ਏਜ ਜਿਹੜੀ ਹੈ, ਸੋ ਕੰਪਿਊਟਰ ਲਿਟਰੇਸੀ, ਇਨੋਵੇਟਿਵ ਰਿਸਰਚ ਐਂਡ ਡਿਵੈਲਪਮੈਂਟ ਨੂੰ ਅਸੀਂ ਪ੍ਰਮੋਟ ਕਰਨਾ ਹੈ। ਨਵੇਂ ਮੈਥਡਸ, ਚਾਹੇ ਉਹ ਟੀਚਿੰਗ ਮੈਥਡਸ ਹੋਣ, ਉਹਨਾਂ ਨੂੰ ਇਨੋਵੇਟ ਕਰਕੇ ਇਹਦੇ ਨਾਲ ਅਸੀਂ ਟੈਕਨੀਕਲ ਐਂਡ ਮੈਨੇਜਮੈਂਟ ਐਜੂਕੇਸ਼ਨ ਦੇ ਵਿੱਚ ਕੀ ਹੈ ਆਪਣੀ ਜਿਹੜੀ ਦੇਣ ਹੈ ਉਹ ਦੇ ਸਕਦੇ ਹਾਂ। ਨੈਕਸਟ ਇਹਦੇ 'ਚ ਹੈ ਮੇਕਿੰਗ ਦ ਸਿਸਟਮ ਵਰਕ, ਕਿ ਸਿਸਟਮ ਕਿੱਦਾਂ ਵਰਕ ਕਰੇਗਾ। ਅਸੀਂ ਇੰਨੀਆਂ ਸਾਰੀਆਂ ਰੈਕਮੈਂਡੇਸ਼ਨਸ ਦੇ ਰਹੇ ਹਾਂ, ਇਹਨਾਂ ਨੂੰ ਪ੍ਰੋਪਰਲੀ ਵਰਕ ਕਰਨ ਵਾਸਤੇ ਕੀ ਕਰਨਾ ਆ, ਕਾਲਜਸ ਨੂੰ, ਇੰਸਟੀਟਿਊਸ਼ਨਸ ਨੂੰ ਪ੍ਰੋਪਰ ਫੈਸਿਲਿਟੀਜ਼ ਦੇਣੀਆਂ ਹੈ, ਪਰਫਾਰਮੈਂਸ ਅਪਰੇਜ਼ਲ ਹੋਏ ਟਾਈਮ ਟੂ ਟਾਈਮ, ਇੰਸਟੀਟਿਊਟਸ ਦੀ ਉਹਨਾਂ ਦੀਆਂ ਜੋ ਸਟਰੈਂਥਸ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਏ, ਇੰਪਰੂਵਡ ਸਟੂਡੈਂਟ ਸਰਵਿਸਿਜ਼, ਸਟੂਡੈਂਟਸ ਨੂੰ ਫੈਸਿਲਿਟੀਜ਼ ਕਿੱਦਾਂ ਦੀਆਂ ਮਿਲ ਰਹੀਆਂ ਨੇ ਉਹਨਾਂ ਦੇ ਉੱਪਰ ਚੈੱਕ ਹੋਏ। ਨੈਕਸਟ ਪੁਆਇੰਟ ਔਰ ਨੈਕਸਟ ਚੈਪਟਰ ਇਜ਼ ਰੀਓਰੀਐਂਟਿੰਗ ਦਾ ਕੰਟੈਂਟ ਐਂਡ ਪ੍ਰੋਸੈਸ ਐਜੂਕੇਸ਼ਨ, ਜੋ ਸਾਡਾ ਮੇਨ ਪਾਰਟ ਹੈ ਜਿਹਨੂੰ ਅਸੀਂ ਟੀਚਿੰਗ ਲਰਨਿੰਗ ਪ੍ਰੋਸੈਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਿਹੜਾ ਕੰਟੈਂਟ ਹੋਏ ਉਹ ਕਲਚਰਲ ਕੰਟੈਂਟ ਹੋਣਾ ਚਾਹੀਦਾ ਹੈ, ਸਾਡੇ ਕਲਚਰ ਨਾਲ ਰਿਲੇਟਡ ਹੋਏ, ਵੈਲਿਊ ਐਜੂਕੇਸ਼ਨ ਇਹਦੇ 'ਚ ਐਡਡ ਹੋਏ, ਜਿੱਦਾਂ ਤੁਹਾਡੇ ਹੁਣ ਇੰਪਲੀਮੈਂਟ ਹੋਇਆ ਆ ਜਿਹੜਾ ਸਬਜੈਕਟ ਹੈ ਦੈਟ ਇਜ਼ ਹਿਊਮਨ ਰਾਈਟਸ ਐਂਡ ਵੈਲਿਊ ਐਜੂਕੇਸ਼ਨ, ਕਿਉਂਕਿ ਵੈਲਿਊਜ਼, ਮੋਰਲ ਵੈਲਿਊਜ਼ ਜਿਹੜੀਆਂ ਨੇ ਉਹ ਘਟਦੀਆਂ ਜਾ ਰਹੀਆਂ ਸਟੂਡੈਂਟਸ ਦੇ ਵਿੱਚ, ਦੈਟਸ ਵਾਈ ਵੈਲਿਊ ਐਜੂਕੇਸ਼ਨ ਨੂੰ ਪ੍ਰਮੋਟ ਕੀਤਾ। ਡਿਵੈਲਪਮੈਂਟ ਆਫ ਲੈਂਗੁਏਜਸ, ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਲੈਂਗੁਏਜਸ ਨੂੰ ਪ੍ਰਮੋਟ ਕਰਨਾ, ਅਵੇਲੇਬਿਲਿਟੀ ਆਫ ਕੁਆਲੀਟੇਟਿਵ ਬੁੱਕਸ, ਲਾਇਬ੍ਰੇਰੀਜ਼ ਦੀ ਫੈਸਿਲਿਟੀ ਪ੍ਰੋਪਰ ਹੋਏ, ਉਹਦੇ 'ਚ ਕੁਆਲੀਟੇਟਿਵ ਬੁੱਕਸ ਹੋਣੀਆਂ ਚਾਹੀਦੀਆਂ। ਐਜੂਕੇਸ਼ਨਲ ਟੈਕਨੋਲੋਜੀ, ਜਿਹੜੇ ਅਸੀਂ ਟੀਚਿੰਗ ਮੋਡਲਸ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਨਾਲ ਬੱਚਿਆਂ ਨੂੰ ਜਿਹੜੀ ਪ੍ਰੋਪਰ ਲਰਨਿੰਗ ਹੈ ਉਹ ਅਸੀਂ ਕਰਵਾ ਸਕਦੇ ਹਾਂ, ਸੋ ਉਹ ਵਾਲੇ ਸਾਰੇ ਟੂਲਸ ਜਿਹੜੇ ਨੇ ਉਹ ਐਜੂਕੇਸ਼ਨਲ ਟੈਕਨੋਲੋਜੀ ਦਾ ਪਾਰਟ ਨੇ। ਵਰਕ ਐਕਸਪੀਰੀਅੰਸ, ਸਟੂਡੈਂਟਸ ਨੂੰ ਜਿੱਦਾਂ ਅਸੀਂ ਇੰਟਰਨਸ਼ਿਪ ਲਗਾਉਂਦੇ ਹਾਂ ਤੁਹਾਡੀ ਨਾਲ ਦੀ ਨਾਲ ਪੜ੍ਹਦੇ ਟਾਈਮ ਵਰਕ ਐਕਸਪੀਰੀਅੰਸ ਉਹਨਾਂ ਨੂੰ ਹੋਏ। ਐਜੂਕੇਸ਼ਨ ਐਂਡ ਇਨਵਾਇਰਮੈਂਟ ਸਬਜੈਕਟ ਜਿਹੜਾ ਹੈ ਉਹ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਜਿਹੜਾ ਹੈ ਹਰ ਇੱਕ ਸਟੂਡੈਂਟ ਜਿਹੜਾ ਹੈ ਉਹਨੂੰ ਲਰਨ ਕਰੇ। ਮੈਥਮੈਟਿਕਸ ਟੀਚਿੰਗ, ਮੈਥਮੈਟਿਕਸ ਜਿਹਨੂੰ ਅਸੀਂ ਇੱਕ ਤਰ੍ਹਾਂ ਨਾਲ ਬੇਸਿਕ ਜਿਹੜਾ ਸਬਜੈਕਟ ਮੰਨਦੇ ਹਾਂ ਕਿ ਮੈਥਮੈਟਿਕਸ ਹਰ ਇੱਕ ਜਿਹੜਾ ਸਟੂਡੈਂਟ ਹੈ ਉਹਨੂੰ ਜਿਹੜਾ ਹੈ ਆਉਣਾ ਚਾਹੀਦਾ ਆ। ਸੋ ਮੈਥਮੈਟਿਕਸ ਲਰਨਿੰਗ ਵਾਸਤੇ ਜਿਹੜੀਆਂ ਹੈ ਟੀਚਿੰਗ ਵਾਸਤੇ ਉਹਦੇ ਵਿੱਚ ਕੀ ਹੈ ਡਿਫਰੈਂਟ ਸਟ੍ਰੈਟਜੀਜ਼ ਯੂਜ਼ ਕਰਨੀਆਂ, ਮਾਡਰਨ ਟੈਕਨੋਲੋਜੀਕਲ ਡਿਵਾਈਸਿਸ ਨੂੰ ਯੂਜ਼ ਕਰਕੇ। ਸਾਇੰਸ ਐਜੂਕੇਸ਼ਨ ਜਿਹੜੀ ਹੈ ਉਹਨੂੰ ਰੀਡਿਜ਼ਾਈਨ ਕਰਨਾ ਕਿ ਜਸਟ ਨੌਲੇਜ ਨਾ ਹੋਏ, ਸਟੂਡੈਂਟਸ ਨੂੰ ਜਿਹੜੀ ਪ੍ਰੈਕਟੀਕਲ ਨੌਲੇਜ ਹੈ ਉਹ ਦੇਣੀ। ਸਾਇੰਸ ਸਬਜੈਕਟ ਰਿਲੇਟਡ, ਸਪੋਰਟਸ ਐਂਡ ਫਿਜ਼ੀਕਲ ਐਜੂਕੇਸ਼ਨ, ਹੈਲਦੀ, ਕਿਉਂਕਿ ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਕੀ ਹੈ ਜਿਹੜੀ ਅਸੀਂ ਫਿਜ਼ੀਕਲੀ ਵੀ ਫਿੱਟ ਹੋਣੇ ਚਾਹੀਦੇ, ਮੈਂਟਲੀ ਵੀ ਫਿੱਟ ਹੋਣੇ ਚਾਹੀਦੇ। ਦੈਨ ਰੋਲ ਆਫ ਯੂਥ ਦਾ ਕੀ ਰੋਲ ਹੈ ਉਹ ਡਿਫਾਈਨ ਕੀਤਾ ਹੈ। NSS NCC ਦੇ ਵਿੱਚ ਇਨਵੋਲਵਮੈਂਟ ਕਰਾ ਕੇ ਸਟੂਡੈਂਟਸ ਦੀ। ਦੈਨ ਇਵੈਲੂਏਸ਼ਨ ਪ੍ਰੋਸੈਸ ਐਂਡ ਐਗਜ਼ਾਮੀਨੇਸ਼ਨ ਫਾਰਮ, ਜਿਹੜਾ ਇਵੈਲੂਏਸ਼ਨ ਪ੍ਰੋਸੈਸ ਹੈ ਉਹ ਕੀ ਹੋਣਾ ਚਾਹੀਦਾ ਹੈ, ਮੈਮੋਰਾਈਜੇਸ਼ਨ 'ਤੇ ਅਸੀਂ ਜ਼ੋਰ ਨਾ ਦਈਏ, ਰੋਟ ਲਰਨਿੰਗ 'ਤੇ ਜ਼ੋਰ ਨਾ ਦਈਏ। ਸੋ ਐਜੂਕੇਸ਼ਨ ਸਿਸਟਮ ਇੱਦਾਂ ਦਾ ਹੋਣਾ ਚਾਹੀਦਾ ਜੋ ਸਟੂਡੈਂਟਸ ਦੀ ਅੰਡਰਸਟੈਂਡਿੰਗ, ਉਹਨਾਂ ਦੀ ਐਪਲੀਕੇਸ਼ਨ ਐਬਿਲਿਟੀ ਨੂੰ ਜਿਹੜਾ ਹੈ ਉਹ ਕੇਟਰ ਕਰੇ ਔਰ ਉਹਨੂੰ ਜਿਹੜਾ ਹੈ ਪ੍ਰਮੋਟ ਕਰੇ। ਨੈਕਸਟ ਇਜ਼ ਟੀਚਰ ਐਂਡ ਟੀਚਰ ਐਜੂਕੇਸ਼ਨ, ਰਿਕਰੂਟਮੈਂਟ ਟੀਚਰਸ ਦੀ ਕਿੱਦਾਂ ਹੋਏਗੀ, ਕਿੱਦਾਂ ਕੋਈ ਉਹਨਾਂ ਦਾ ਐਂਟਰੈਂਸ ਟੈਸਟ ਹੋਏਗਾ, ਉਹਨਾਂ ਦੀ ਕੁਆਲਿਟੀ ਜਿਹੜੀ ਹੈ ਅਸੀਂ ਉਹ ਅਸੈਸ ਕਰਨੀ ਹੈ ਟੀਚਰ ਦੀ। ਪੇ ਐਂਡ ਸਰਵਿਸ ਕੰਡੀਸ਼ਨਸ ਵਾਸਤੇ ਟੀਚਰਸ ਦੀ ਜਿਹੜੀ ਹੈ ਉਹ ਡਿਫਰੈਂਟ ਰੈਕਮੈਂਡੇਸ਼ਨਸ ਦਿੱਤੀਆਂ ਹੋਈਆਂ ਤਾਂ ਕਿ ਜਿਹੜਾ ਉਹਨਾਂ ਦਾ ਟੈਲੈਂਟ ਹੈ ਔਰ ਪ੍ਰੋਫੈਸ਼ਨ, ਉਹਨਾਂ ਨੂੰ ਪ੍ਰੋਫੈਸ਼ਨਲ ਐਥਿਕਸ ਜਿਹੜੇ ਨੇ ਉਹ ਪ੍ਰਮੋਟ ਕਰਨੇ ਆ। ਰੋਲ ਆਫ ਟੀਚਰਸ ਐਸੋਸੀਏਸ਼ਨਸ, ਕੋਈ ਟੀਚਰਸ ਐਸੋਸੀਏਸ਼ਨਸ ਬਣੀਆਂ ਨੇ ਉਹਨਾਂ ਦਾ ਪ੍ਰੋਪਰ ਫੰਕਸ਼ਨਿੰਗ ਹੋਏ ਟੀਚਰਸ ਦੀਆਂ ਪ੍ਰੋਬਲਮਸ ਨੂੰ ਜਿਹੜਾ ਹੈ ਕੇਟਰ ਕਰਨ ਵਾਸਤੇ। ਦੈਨ ਨੈਕਸਟ ਇਹਦੇ 'ਚ ਹੈ ਦੈਟ ਇਜ਼ ਮੈਨੇਜਮੈਂਟ ਆਫ ਐਜੂਕੇਸ਼ਨ, ਮੈਨੇਜਮੈਂਟ ਕਿੱਦਾਂ ਕਰਨੀ ਹੈ। ਨੈਸ਼ਨਲ ਲੈਵਲ 'ਤੇ ਕੇ ਬਣੀ ਹੈ ਦੈਟ ਇਜ਼ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ। ਸਟੇਟ ਲੈਵਲ 'ਤੇ ਅਲੱਗ-ਅਲੱਗ ਜਿਹੜੀਆਂ ਜਿੱਦਾਂ ਡਾਈਟਸ ਜਿਹੜੀਆਂ ਸਟੇਟ ਲੈਵਲ 'ਤੇ ਅਲੱਗ-ਅਲੱਗ ਜਿੱਦਾਂ ਸਾਡੇ ਬੋਰਡਸ ਹੋ ਗਏ, CBSE ਹੈ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ। ਡਿਸਟ੍ਰਿਕਟ ਲੈਵਲ 'ਤੇ ਸਾਡੇ ਡਾਈਟਸ ਬਣਦੇ ਆ, ਡਿਸਟ੍ਰਿਕਟ ਇੰਸਟੀਚਿਊਟ ਆਫ ਐਜੂਕੇਸ਼ਨਲ ਟ੍ਰੇਨਿੰਗ, ਲੋਕਲ ਲੈਵਲ 'ਤੇ ਡਿਫਰੈਂਟ ਏਜੰਸੀਜ਼। ਦੈਨ ਨੈਕਸਟ ਇਹਦੇ 'ਚ ਚੈਪਟਰ ਹੈ ਦੈਟ ਇਜ਼ ਰਿਸੋਰਸ ਐਂਡ ਰਿਵਿਊ, ਕਿ ਜਿਹੜੇ ਸਾਡੇ ਪਾਸ ਰਿਸੋਰਸਿਸ ਨੇ ਜਾਂ ਕਿੱਦਾਂ ਇਹਨਾਂ ਨੂੰ ਇੰਪਲੀਮੈਂਟ ਕਰਨਾ ਆ, ਉਹ ਟਾਈਮ ਟੂ ਟਾਈਮ ਅਸੀਂ ਉਹਨਾਂ ਨੂੰ ਰਿਵਿਊ ਵੀ ਕਰਨਾ ਹੈ ਕਿ ਕੀ ਉਹ ਬੈਟਰ ਵੇ ਦੇ ਵਿੱਚ ਇੰਪਲੀਮੈਂਟ ਹੋ ਰਹੇ ਆ ਜਾਂ ਫਿਰ ਨਹੀਂ। ਐਂਡ ਲਾਸਟ ਹੈ ਫਿਊਚਰ ਪਰਸਪੈਕਟਿਵ ਸਾਡਾ ਕਿਸ ਤਰ੍ਹਾਂ ਦਾ ਹੋਏਗਾ। ਸੋ ਦੈਟ ਇਜ਼ all about national policy of education.